Students, here is Ramandeep Kaur and welcome you all on my YouTube channel Education Booster। ਇਹ ਆਪਣਾ ਈਡੀਅਮ ਐਂਡ ਫਰੇਜ਼ ਦਾ ਜੀ ਫਸਟ ਪਾਰਟ ਹੈ। ਇਸ ਸੀਰੀਜ਼ ਦੇ ਵਿੱਚ ਆਪਾਂ ਸਾਰੇ ਈਡੀਅਮ ਐਂਡ ਫਰੇਜ਼ਸ ਕਵਰ ਕਰਾਂਗੇ। ਇਸ ਤੋਂ ਇਲਾਵਾ ਆਪਣੀ ਇੰਗਲਿਸ਼ ਵੋਕੈਬ ਦੀ ਸੀਰੀਜ਼ ਚੱਲ ਰਹੀ ਹੈ ਜਿਹਦੇ ਵਿੱਚ ਆਪਾਂ ਰੂਟ ਵਰਡਸ ਨਾਲ ਲਰਨ ਕਰਦੇ ਹਾਂ ਔਰ ਆਪਾਂ ਸਟੈਟਿਕ ਜੀਕੇ ਦੀ ਸੀਰੀਜ਼ ਵੀ ਸਟਾਰਟ ਕਰੀ ਹੋਈ ਹੈ ਜਿਹਦੇ ਵਿੱਚ ਆਪਾਂ ਪੰਜਾਬ ਦੀਆਂ ਇੰਡੀਆ ਦੀ ਜਿਹੜੀ ਸਟੈਟਿਕ ਜੀਕੇ ਸਟੈਪ ਬਾय ਸਟੈਪ ਕਵਰ ਕਰਦੇ ਜਾ ਰਹੇ ਹਾਂ। 20 ਦੇ ਨੀਅਰ ਅਬਾਊਟ ਪਾਰਟ ਆ ਉਹਦੇ ਤੇ ਅਪਲੋਡ ਹੋ ਚੁੱਕੀ ਹੈ। ਚੈਨਲ ਦੀ ਪਲੇਲਿਸਟ ਤੁਸੀਂ ਵਿਜ਼ਿਟ ਕਰ ਲਓ ਔਰ ਵਨ ਵਰਡ ਸਬਸਟੀਟਿਊਸ਼ਨ ਤੇ ਰੀਜ਼ਨਿੰਗ ਦੀ ਵੀ ਸੀਰੀਜ਼ ਕੰਟੀਨਿਊ ਹੈ। ਚੈਨਲ ਦੀ ਪਲੇਲਿਸਟ ਜ਼ਰੂਰ ਚੈੱਕ ਕਰੋ ਜੀ। ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਲਿੰਕ ਤੁਹਾਨੂੰ ਮਿਲ ਜਾਣਗੇ, ਨਹੀਂ ਅਦਰਵਾਈਜ਼ ਤੁਸੀਂ ਸਿੱਧਾ ਚੈਨਲ ਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ। ਟੈਲੀਗ੍ਰਾਮ ਗਰੁੱਪ ਹੈ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਫॉर ਮੋਰ ਅਪਡੇਟਸ। ਠੀਕ ਹੈ, ਇਸ ਈਡੀਅਮ ਐਂਡ ਫਰੇਜ਼ ਦੇ ਵਿੱਚ ਆਪਾਂ ਸਾਰੀ ਜਿੰਨੇ ਵੀ ਈਡੀਅਮ ਐਂਡ ਫਰੇਜ਼ ਨੇ ਜਿਹੜੇ ਕੰਪੀਟੀਸ਼ਨ ਐਗਜ਼ਾਮ ਦੇ ਵਿਊ ਤੋਂ ਆਪਣੇ ਲਈ ਇੰਪੋਰਟੈਂਟ ਰਹਿੰਦੇ ਉਹ ਆਪਾਂ ਸਾਰੇ ਕਵਰ ਕਰਾਂਗੇ। ਠੀਕ ਹੈ, ਮੇਰੇ ਕੋਲ ਇੱਕ ਪੂਰੀ ਫੁੱਲ ਫਲੈਜ ਬੁੱਕ ਹੈ ਜਿਹਦੇ ਵਿੱਚ ਇੰਗਲਿਸ਼ ਵੋਕੈਬ ਹੈ, ਈਡੀਅਮ ਐਂਡ ਫਰੇਜ਼ਸ ਨੇ, ਵਨ ਵਰਡ ਸਬਸਟੀਟਿਊਸ਼ਨ ਹੈ। ਜਿਹੜਾ ਪਾਰਟ ਆਪਾਂ ਰੱਟੇ ਵਾਲਾ ਪਾਰਟ ਕਹਿ ਸਕਦੇ ਹਾਂ ਨਾ, ਕਿ ਜਿਹਦੇ ਵਿੱਚ ਆਪਾਂ ਸਿਰਫ ਕ੍ਰੈਮ ਕਰਨਾ ਹੁੰਦਾ ਹੈਗਾ, ਤਾਂ ਉਹ ਸਾਰਾ ਪਾਰਟ ਤੁਹਾਨੂੰ ਮੈਂ ਆਪਣੇ ਚੈਨਲ ਦੇ ਉੱਤੇ ਕਵਰ ਕਰਾਉਂਗੀ ਸੋ ਦੈਟ ਤੁਸੀਂ ਉਹਦੇ ਵਿੱਚੋਂ ਮਾਰ ਨਾ ਖਾਓ। ਕਿਉਂਕਿ ਦੇਖੋ ਰੀਜ਼ਨਿੰਗ ਹੋਈ ਹੈ ਨਾ ਅਤੇ ਮੈਥ ਹੋਇਆ, ਇਹ ਆਪਣੇ ਟਾਈਮ ਕੰਜ਼ਿਊਮਿੰਗ ਸਬਜੈਕਟ ਆ ਗਏ। ਕਿਉਂਕਿ ਜਿਵੇਂ ਪਜ਼ਲ ਆ ਗਈ ਮੰਨ ਲਓ ਰੀਜ਼ਨਿੰਗ ਦੀ, ਤਾਂ ਟਾਈਮ ਬਹੁਤ ਲੱਗ ਜਾਂਦਾ ਉਹਨੂੰ ਸੋਲਵ ਕਰਨ ਦੇ ਵਿੱਚ। ਪਰ ਜੀਕੇ ਤੇ ਇੰਗਲਿਸ਼ ਐਵੇਂ ਦੇ ਸਬਜੈਕਟਸ ਨੇ ਜਿਹੜੇ ਸਕੋਰਿੰਗ ਹੈ ਅਤੇ ਟਾਈਮ ਸੇਵਿੰਗ ਹੈ। ਜੇ ਆਪਾਂ ਨੂੰ ਆਉਂਦੇ ਆ ਰੀਡ ਕਰਕੇ ਫਟਾਫਟ ਆਂਸਰ ਲਗਾਓ ਔਰ ਅੱਗੇ ਚੱਲੋ, ਆਪਾਂ ਨੂੰ ਟਾਈਮ ਨਹੀਂ ਵੇਸਟ ਕਰਨਾ ਪੈਂਦਾ। ਤਾਂ ਇੱਕ ਵਾਰ ਦੀ ਮਿਹਨਤ ਹੈ, ਚਾਹੇ ਉਹ ਵੋਕੈਬਲਰੀ 'ਤੇ ਚਾਹੇ ਸਟੈਟਿਕ ਜੀਕੇ 'ਤੇ, ਅਤੇ ਇਹ ਤੁਸੀਂ ਕਰ ਲਓ ਅਤੇ ਆਪਾਂ ਸਟੈਪ ਬਾय ਸਟੈਪ ਸਾਰਾ ਕੁਝ ਕਵਰ ਕਰਾਂਗੇ। ਮੇਕ ਸ਼ੋਰ ਵੀਡੀਓ ਨੂੰ ਲਾਸਟ ਤੱਕ ਦੇਖਣਾ ਕਿਉਂਕਿ ਕੁਝ ਵੀ ਇੰਪੋਰਟੈਂਟ ਪਾਰਟ ਤੁਹਾਡਾ ਮਿਸ ਨਹੀਂ ਹੋਣਾ ਚਾਹੀਦਾ। ਟੈਲੀਗ੍ਰਾਮ ਗਰੁੱਪ ਤੁਸੀਂ ਜੁਆਇਨ ਕਰ ਲਓ। ਵੀਕ ਦੇ ਵਿੱਚ ਆਪਾਂ ਜੋ ਵੀ ਪੜ੍ਹਦੇ ਹਾਂ ਉਹਦੇ MCQ ਤੁਹਾਨੂੰ ਮੈਂ ਵੀਕਐਂਡ ਦੇ ਉੱਤੇ ਚੈਨਲ ਦੇ ਉੱਤੇ ਪਾ ਦਿੰਦੀ ਹੁੰਦੀ ਹਾਂ ਉਹਦੇ MCQ ਫਾਰਮ ਦੇ ਵਿੱਚ, ਸੋ ਦੈਟ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰ ਸਕੋ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਦੇਖੋ, ਪਹਿਲੀ ਸਲਾਈਡ ਦੇ ਵਿੱਚ ਆਪਣਾ ਫਸਟ ਕੀ ਹੈ, ਐਟ ਵਨਸ ਵਿਟਸ ਐਂਡ। ਪੇਪਰ ਦੇ ਵਿੱਚ ਕੀ ਹੁੰਦਾ ਨਾ, ਇਹ ਡਾਇਰੈਕਟ ਦੇ ਕੇ ਤੁਹਾਨੂੰ 4-5 ਮੀਨਿੰਗ ਦਿੱਤੇ ਹੋਣਗੇ ਵੀ ਇਹਦਾ ਮਤਲਬ ਕੀ ਹੈ। ਤਾਂ ਜੇ ਆਪਾਂ ਪੜ੍ਹੇ ਹੋਊਗਾ ਆਪਾਂ ਆਨਸਰ ਤਾਂ ਹੀ ਲਾ ਸਕਦੇ ਹਾਂ। ਇਹਦੇ ਵਿੱਚ ਤੁੱਕਾ ਬਿਲਕੁਲ ਵੀ ਨਹੀਂ ਚੱਲਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੋਸਟਲੀ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਹੁੰਦੇ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ ਅਤੇ ਨੰਬਰ ਘਟਾਉਣ ਵਾਲਾ ਕੰਮ ਹੈ ਉੱਥੇ ਜੇ ਆਪਾਂ ਤੁੱਕਾ ਲਾ ਕੇ ਆਉਂਦੇ ਹਾਂ, ਹੈ ਨਾ। ਤਾਂ ਕੋਸ਼ਿਸ਼ ਕਰ ਲਓ ਕਿ ਇਹ ਯਾਦ ਹੋ ਜਾਣ ਤੁਹਾਨੂੰ। ਠੀਕ ਹੈ, ਫਸਟ ਕੀ ਹੈ, ਐਟ ਵਨਸ ਵਿਟਸ ਐਂਡ। ਇਹਦਾ ਮਤਲਬ ਹੁੰਦਾ ਪਰਪਲੈਕਸ। ਹੁਣ ਜੇ ਅਗੇਨ ਕਹੂੰਗੀ ਮੈਂ ਤੁਹਾਨੂੰ, ਜੇ ਤੁਸੀਂ ਦੇਖੀ ਹੋਈ ਹੈ ਸੀਰੀਜ਼ ਰੂਟ ਵਰਡਸ ਦੀ ਜਾਂ ਆਪਣੀ ਵੋਕੈਬਲਰੀ ਦੀ, ਉਹਦੇ ਵਿੱਚ ਮੈਂ ਤੁਹਾਨੂੰ ਪਰਪਲੈਕਸ ਮੀਨਿੰਗ ਕਰਵਾਇਆ ਹੋਇਆ ਕਿ ਪਰਪਲੈਕਸ ਦਾ ਮਤਲਬ ਹੁੰਦਾ ਕਨਫਿਊਜ਼ ਹੋਣਾ। ਠੀਕ ਹੈ, ਪਰਪਲੈਕਸ ਦਾ ਮਤਲਬ ਕੀ ਹੁੰਦਾ, ਕਨਫਿਊਜ਼ ਹੋਣਾ। ਕਨਫਿਊਜ਼ ਵੀ ਪਰਪਲੈਕਸ ਹੁੰਦਾ ਅਤੇ ਇਹਦਾ ਸਿਨੋਨਿਮ ਇੱਕ ਪਰਪਲੈਕਸ ਹੋ ਗਿਆ। ਠੀਕ ਹੈ, ਇੱਕ ਤੁਹਾਨੂੰ ਕੱਲ੍ਹ ਪਰਸੋਂ ਹੀ ਕਰਵਾਇਆ ਸੀ ਮੈਂ ਇੱਕ ਪਾਰਟ ਦੇ ਵਿੱਚ, ਡੈਲੀਮਾ ਵਰਡ ਜਿਹੜਾ ਹੁੰਦਾ ਉਹ ਵੀ ਕਨਫਿਊਜ਼ਨ ਲਈ ਹੀ ਯੂਜ਼ ਹੁੰਦਾ। ਅਤੇ ਚਲੋ ਇਹਦਾ ਮੀਨਿੰਗ ਦੇਖਦੇ ਹਾਂ। ਐਟ ਵਨਸ ਵਿਟਸ ਐਂਡ ਦਾ ਕੀ ਮਤਲਬ ਹੈ, ਕਨਫਿਊਜ਼ ਹੋਣਾ। ਇਹਦੇ ਨਾਲ ਸੈਂਟੈਂਸਸ ਮੈਂ ਤਾਂ ਦਿੱਤੇ ਤਾਂ ਕਿ ਤੁਸੀਂ ਇਹਨੂੰ ਪੜ੍ਹ ਕੇ ਸਮਝ ਸਕੋ ਇਹਦਾ ਮਤਲਬ ਕੀ ਹੈ ਜਾਂ ਕਿਵੇਂ ਅਪਲਾਈ ਹੁੰਦਾ ਸੈਂਟੈਂਸ ਦੇ ਵਿੱਚ। ਸੈਂਟੈਂਸ ਤੁਸੀਂ ਬਿਲਕੁਲ ਨਹੀਂ ਯਾਦ ਕਰਨਾ, ਤੁਸੀਂ ਸਿੱਧਾ ਇਹਦਾ ਮੀਨਿੰਗ ਯਾਦ ਕਰਨਾ, ਚਾਹੇ ਪੰਜਾਬੀ 'ਚ ਕਰ ਲਓ, ਉਹਨੂੰ ਇੰਗਲਿਸ਼ 'ਚ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ। ਜਿੱਦਾਂ ਲਿਖਿਆ ਹੋਇਆ, ਸੋਹਨ ਵਾਜ਼ ਐਟ ਹਿਜ਼ ਵਿਟਸ ਐਂਡ ਟੂ ਫਾਈਂਡ ਦੈਟ ਹਿਜ਼ ਯੰਗਰ ਬ੍ਰਦਰ ਹੈਜ਼ ਟੇਕਨ ਪੋਇਜ਼ਨ। ਕਿ ਜਿਹੜਾ ਸੋਹਨ ਸੀਗਾ ਨਾ, ਇਸ ਚੀਜ਼ ਦੇ ਰਿਗਾਰਡਿੰਗ ਕਨਫਿਊਜ਼ ਸੀਗਾ, ਇਹ ਪਤਾ ਕਰਨ ਦੇ ਲਈ ਕਿ ਉਹਦੇ ਯੰਗਰ ਬ੍ਰਦਰ ਨੇ ਪੋਇਜ਼ਨ ਲਈ ਹੈ ਕਿ ਨਹੀਂ, ਉਹ ਕਨਫਿਊਜ਼ਨ ਦੇ ਵਿੱਚ ਸੀਗਾ। ਠੀਕ ਹੈ, ਸੈਕਿੰਡ ਕੀ ਹੈ, ਐਟ ਵਨਸ ਫਿੰਗਰ ਟਿਪਸ। ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਥੋੜ੍ਹਾ ਬਹੁਤ ਲਿੰਕ ਦੱਸਦੀ ਰਹਾਂ ਤਾਂ ਕਿ ਤੁਸੀਂ ਯਾਦ ਕਰ ਸਕੋ। ਦੇਖੋ, ਇਹਨੂੰ ਮੈਂ ਨਾ ਤੁਹਾਨੂੰ ਆਹ ਮੀਨਿੰਗ ਵੀ ਕੁਛ ਨਹੀਂ ਪੜ੍ਹਾਉਂਦੀ, ਮੈਂ ਤੁਹਾਨੂੰ ਸਿੱਧਾ ਦੱਸਦੀ ਹਾਂ। ਇਹ 'ਚ ਲਿਖਿਆ ਹੋਇਆ ਹੈਗਾ ਐਟ ਵਨਸ ਫਿੰਗਰ ਟਿਪਸ, ਮਤਲਬ ਆਪਣੀਆਂ ਉਂਗਲਾਂ ਦੀ ਟਿਪਸ 'ਤੇ ਹੋਣੀ ਕੋਈ ਚੀਜ਼। ਜਿਹੜੀ ਚੀਜ਼ ਦੀ ਆਪਾਂ ਨੂੰ ਪੂਰੀ ਨੌਲੇਜ ਹੁੰਦੀ ਆ, ਆਪਾਂ ਕਹਿ ਦਿੰਦੇ ਨੇ ਵੀ ਇਹ ਤਾਂ ਮੇਰੀ ਉਂਗਲਾਂ ਦਾ ਖੇਡ ਹੈ ਨਾ, ਵੀ ਮੇਰੀ ਉਂਗਲਾਂ 'ਤੇ ਹੀ ਹੈ ਇਹ ਚੀਜ਼, ਤਾਂ ਵੀ ਮੈਨੂੰ ਪੜ੍ਹਨ ਦੀ ਵੀ ਲੋੜ ਨਹੀਂ। ਤਾਂ ਕੰਪਲੀਟ ਨੌਲੇਜ ਹੋਣੀ ਕਿਸੇ ਚੀਜ਼ ਦੀ। ਠੀਕ ਹੈ, ਤਾਂ ਇਹਦੇ ਸੈਂਟੈਂਸ ਪੜ੍ਹਨ ਦੀ ਮੈਨੂੰ ਲੋੜ ਹੀ ਨਹੀਂ ਕਿਉਂਕਿ ਮੈਨੂੰ ਲੱਗਦਾ ਤੁਹਾਨੂੰ ਸਿੱਧਾ ਇਹਦਾ ਮੀਨਿੰਗ ਯਾਦ ਹੋ ਜਾਊਗਾ। ਸੈਂਟੈਂਸ ਸਿਰਫ ਤੁਹਾਡੀ ਹੈਲਪ ਲਈ ਹੈ, ਇਹ ਆਪਾਂ ਬਿਲਕੁਲ ਯਾਦ ਨਹੀਂ ਕਰਨੇ ਹੈਗੇ ਕਿਉਂਕਿ ਆਪਾਂ ਨੂੰ ਉੱਥੇ ਸਿੱਧਾ ਇਹ ਦਿੱਤਾ ਹੁੰਦਾ ਅਤੇ 4 ਆਪਸ਼ਨਾਂ ਹੁੰਦੀਆਂ, ਆਪਾਂ ਇੱਕ ਆਪਣਾ ਸਹੀ ਆਨਸਰ ਲਗਾਉਣਾ ਹੁੰਦਾ। ਨੈਕਸਟ ਹੈ, ਐਟ ਦ ਸਪਰ ਆਫ ਮੂਵਮੈਂਟ। ਇਹਦਾ ਮਤਲਬ ਹੁੰਦਾ ਬਿਨਾਂ ਦੇਰੀ ਕੀਤੇ, ਮਤਲਬ ਕਿ ਉਸੇ ਮੂਵਮੈਂਟ, ਮਤਲਬ ਅੱਖ ਝਪਕਣ ਦੇ ਨਾਲ ਹੀ, ਮਤਲਬ ਉਸੇ ਮੂਵਮੈਂਟ ਦੇ ਵਿੱਚ ਕੀ ਆਪਾਂ ਕੰਮ ਕਰਨਾ ਕੁਛ ਵੀ ਬਿਨਾਂ ਕੋਈ ਦੇਰੀ ਕੀਤੇ। ਠੀਕ ਹੈ, ਉਸੇ ਮੂਵਮੈਂਟ ਦੇ ਵਿੱਚ ਕੰਮ ਕਰਨਾ ਬਿਨਾਂ ਡਿਲੇ ਕੀਤੇ, ਬਿਨਾਂ ਦੇਰੀ ਕੀਤੇ। ਇਹਦਾ ਸੈਂਟੈਂਸ ਹੈ, ਇਨ ਐਨ ਇੰਟਰਵਿਊ ਵੀ ਮਸਟ ਰਿਪਲਾਈ ਐਟ ਦ ਸਪਰ ਆਫ ਦ ਮੂਮੈਂਟ। ਵੀ ਜਦੋਂ ਆਪਣੀ ਇੰਟਰਵਿਊ ਲਈ ਜਾਂਦੀ ਹੈ ਨਾ, ਤਾਂ ਆਪਾਂ ਨੂੰ ਨਾਲ ਦੀ ਨਾਲ ਰਿਪਲਾਈ ਕਰਨਾ ਪੈਂਦਾ ਔਨ ਦੀ ਸਪੌਟ, ਬਿਨਾਂ ਕੁਛ ਵੀ ਸੋਚੇ, ਕਿਉਂਕਿ ਆਪਣੇ ਕੋਲ ਉਦੋਂ ਟਾਈਮ ਨਹੀਂ ਹੁੰਦਾ ਕਿ ਰੁਕ ਕੇ ਉਹਨੂੰ ਸੋਚੀਏ ਹੈ ਨਾ ਕੀ ਇਹਦਾ ਆਨਸਰ ਹੈ। ਤਾਂ ਇਹ ਹੋ ਗਿਆ ਤਾਂ ਮੀਨਿੰਗ। ਨੈਕਸਟ ਕੀ ਹੈ ਜੀ, ਦੈਟ ਇਜ਼ ਆਲ ਇਨ ਆਲ।
ਆਲ ਇਨ ਆਲ ਨਾ ਇਹ ਬਹੁਤ ਇੰਪੋਰਟੈਂਟ ਹੈਗਾ। ਇਹਦਾ ਮਤਲਬ ਹੁੰਦਾ ਮੋਸਟ ਇੰਪੋਰਟੈਂਟ, ਮਤਲਬ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਜਿਹਨੂੰ ਆਪਾਂ ਮੋਸਟ ਇੰਪੋਰਟੈਂਟ ਕਹਿਣਾ ਹੋਵੇ ਉਦੋਂ ਆਪਾਂ ਆਲ ਇਨ ਆਲ ਯੂਜ਼ ਕਰਦੇ ਹਾਂ। ਠੀਕ ਹੈ, ਜਿੱਦਾਂ ਲਿਖਿਆ ਐਜ਼ ਹੀ ਵਾਜ਼ ਦਾ ਓਨਲੀ ਸਨ ਇਨ ਅ ਬਿਗ ਫੈਮਿਲੀ ਹੀ ਵਾਜ਼ ਆਲ ਇਨ ਹਿਸ ਹੋਮ। ਕਹਿੰਦੇ ਆਪਾਂ ਨੂੰ ਪਤਾ ਕਿ ਉਹ ਜਿਹੜਾ ਸਨ ਹੈ ਨਾ, ਕੱਲਾ ਕੱਲਾ ਮੁੰਡਾ ਹੈ, ਆਪਾਂ ਕਹਿੰਦੇ ਕਿਸੇ ਦੀ ਫੈਮਿਲੀ ਦੇ ਵਿੱਚ, ਤਾਂ ਉਹ ਸਾਰਿਆਂ ਲਈ ਇੰਪੋਰਟੈਂਟ ਤਾਂ ਹੋਊਗਾ ਹੀ, ਮੋਸਟ ਇੰਪੋਰਟੈਂਟ ਹੋਊਗਾ। ਤਾਂ ਆਲ ਇਨ ਆਲ ਦਾ ਮਤਲਬ ਤੁਸੀਂ ਐਵੇਂ ਇਹਦੇ ਨਾਲ ਰਿਲੇਟ ਕਰ ਸਕਦੇ ਹੋ ਵੀ ਸਾਰਾ ਕੁਝ ਉਹੀ ਹੈ, ਹੈ ਨਾ। ਵੀ ਸਾਰਾ ਕੁਝ ਮਤਲਬ ਮੈਂ ਤੁਹਾਨੂੰ ਟ੍ਰਿਕ ਦੇ ਤਰੀਕੇ ਨਾਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਵੀ ਸਾਰਾ ਕੁਝ ਉਹੀ ਹੈ, ਇਟ ਮੀਨਸ ਉਹ ਚੀਜ਼ ਇੰਪੋਰਟੈਂਟ ਹੈ ਨਾ। ਜਿਵੇਂ ਆਪਾਂ ਵੀ ਕਹਿ ਦਿੰਦੇ ਹਾਂ ਨਾ, ਜਿਵੇਂ ਆਪਾਂ ਕਈ ਲੋਕ ਆਪਣੇ ਮੰਮਾ ਨੂੰ ਕਹਿ ਦਿੰਦੇ ਆ, ਮਦਰ ਨੂੰ, ਕਿ ਮੇਰੇ ਲਈ ਤਾਂ ਸਾਰਾ ਕੁਝ ਮੇਰੀ ਮਾਂ ਹੀ ਹੈ, ਤਾਂ ਆਪਣੇ ਲਈ ਸਭ ਤੋਂ ਮੋਸਟ ਇੰਪੋਰਟੈਂਟ ਪਰਸਨ ਹੁੰਦਾ ਉਹ। ਨੈਕਸਟ ਹੈ ਜੀ ਐਟ ਕਲੋਜ਼ ਕੁਆਟਰਸ। ਕਲੋਜ਼ ਕੁਆਟਰਸ ਦਾ ਕੀ ਮਤਲਬ ਹੁੰਦਾ? ਕਲੋਜ਼ ਕੁਆਟਰ ਮਤਲਬ ਕਿਸੇ ਚੀਜ਼ ਦੀ ਕਲੋਜ਼ ਐਗਜ਼ਾਮੀਨੇਸ਼ਨ ਕਰਨਾ, ਮਤਲਬ ਕਿ ਕਿਸੇ ਦਾ ਨਿਰੀਖਣ ਕਰਨਾ ਬਹੁਤ ਡੀਪਲੀ ਵੜ ਕੇ ਉਸ ਚੀਜ਼ ਦੇ ਵਿੱਚ। ਠੀਕ ਹੈ, ਜਿਵੇਂ ਕੋਈ ਵੀ ਚੀਜ਼ ਹੋ ਸਕਦੀ ਹੈ, ਮੰਨ ਲਓ ਕੋਈ ਇੰਸਪੈਕਟਰ ਹੈ, ਕਿਸੇ ਵੀ ਮਤਲਬ ਕੋਈ ਇਸ਼ੂ ਹੈ, ਉਹਨੇ ਸੋਲਵ ਕਰਨਾ ਹੈ, ਉਹਦੇ ਵਿੱਚ ਉਹ ਕਿਸੇ ਮਾਮਲੇ ਦੇ ਵਿੱਚ ਉਹਦੀ ਜੜ ਤੱਕ ਜਾ ਕੇ ਉਹਨੂੰ ਸੋਲਵ ਕਰਦਾ ਹੈ, ਪੂਰਾ ਕਲੋਜ਼ ਐਗਜ਼ਾਮੀਨੇਸ਼ਨ ਕਰਦਾ ਹੈ। ਉਹਦੇ ਲਈ ਆਪਾਂ ਇਹ ਵਰਡ ਯੂਜ਼ ਕਰ ਸਕਦੇ ਹਾਂ ਐਟ ਕਲੋਜ਼ ਕੁਆਟਰਸ। ਠੀਕ ਹੈ, ਕਲੋਜ਼ ਐਗਜ਼ਾਮੀਨੇਸ਼ਨ, ਠੀਕ ਹੈ, ਉਹਨੂੰ ਕਹਿੰਦੇ ਆ। ਮੈਨੀ ਆਫ ਮਾਈ ਫਰੈਂਡਸ ਪ੍ਰੂਵਡ ਸੈਲਫਿਸ਼ ਐਟ ਕਲੋਜ਼ ਕੁਆਟਰਸ। ਕਹਿੰਦੇ ਜਦੋਂ ਮੈਂ ਬਹੁਤ ਜ਼ਿਆਦਾ ਕਲੋਜ਼ ਐਗਜ਼ਾਮੀਨੇਸ਼ਨ ਕਰਕੇ ਦੇਖਿਆ ਨਾ, ਮੇਰੇ ਤਾਂ ਜ਼ਿਆਦਾਤਰ ਜਿਹੜੇ ਫਰੈਂਡਸ ਸੀਗੇ ਉਹ ਸੈਲਫਿਸ਼ ਹੀ ਨਿਕਲੇ। ਠੀਕ ਹੈ, ਤਾਂ ਇਸ ਸਲਾਈਡ ਦੇ ਵਿੱਚ ਆਪਾਂ ਕੀ ਕਵਰ ਕੀਤਾ? ਐਟ ਵਨਸ ਵਿਟਸ ਐਂਡ। ਐਟ ਵਨ ਵਿਟਸ ਐਂਡ ਦਾ ਕੀ ਮਤਲਬ ਹੈ? ਵੀ ਕਨਫਿਊਜ਼ ਹੋਣਾ, ਪਰਪਲੈਕਸ ਹੋਣਾ। ਐਟ ਵਨ ਫਿੰਗਰ ਟਿਪਸ ਦੇ ਉੱਤੇ ਆਪਾਂ ਕੀ ਕੀਤਾ ਸੀ ਕਿ ਸਾਰੀ ਨੌਲੇਜ ਆ, ਹੈ ਨਾ। ਐਟ ਅ ਸਪਰ ਆਫ ਮੂਵਮੈਂਟ, ਬਿਨਾਂ ਦੇਰੀ ਕੀਤੇ, ਕੋਈ ਮੂਵਮੈਂਟ ਆਪਾਂ ਵੇਸਟ ਨਹੀਂ ਕਰਨਾ, ਬਿਨਾਂ ਦੇਰੀ ਕੀਤੇ ਕੁਝ ਕਰਨਾ ਹੈ। ਆਲ ਇਨ ਆਲ ਸਾਰਾ ਕੁਛ ਹੀ ਉਹ ਪਰਸਨ ਹੈ, ਮਤਲਬ ਕਿ ਮੋਸਟ ਇੰਪੋਰਟੈਂਟ ਹੈ। ਐਟ ਕਲੋਜ਼ ਕੁਆਟਰਸ, ਇਹਦਾ ਮਤਲਬ ਹੁੰਦਾ ਕਲੋਜ਼ ਐਗਜ਼ਾਮੀਨੇਸ਼ਨ ਕਰਨਾ, ਕਿਸੇ ਚੀਜ਼ ਨੂੰ ਘੋਖਣਾ ਬਹੁਤ ਡੀਪਲੀ। ਠੀਕ ਹੈ ਜੀ, ਹੋਪ ਸੋ ਇਹ ਤੁਹਾਨੂੰ ਯਾਦ ਕਰਨ ਦੇ ਵਿੱਚ ਵੀ ਹੈਲਪ ਹੋ ਰਹੀ ਹੋਊਗੀ। ਨੈਕਸਟ ਸਲਾਈਡ 'ਤੇ ਮੂਵ ਔਨ ਕਰਦੇ ਹਾਂ ਆਪਾਂ। ਹਾਂਜੀ, ਹੋ ਸਕਦਾ ਵੀਡੀਓ ਥੋੜ੍ਹੀ ਜਿਹੀ ਲੈਂਥੀ ਹੋ ਜੇ, ਕਿਉਂਕਿ ਜੇ ਮੈਂ ਸਿਰਫ ਪੜ੍ਹਾਉਣ ਦਾ ਕੰਮ ਕਰਾਂ ਨਾ ਕਿ ਇਹਦੇ ਵਿੱਚ ਆਹ ਦਿੱਤਾ ਹੋਇਆ, ਤਾਂ ਬਹੁਤ ਛੇਤੀ ਵੀਡੀਓ ਖਤਮ ਹੋ ਜੂਗੀ। ਪਰ ਮੇਰਾ ਇੱਕ ਪਰਪਸ ਹੋਰ ਵੀ ਹੈ ਇਸ ਚੈਨਲ ਦਾ, ਕਿ ਪੜ੍ਹਾਉਣਾ ਤਾਂ ਹੈਗਾ, ਪਲੱਸ ਤੁਹਾਨੂੰ ਯਾਦ ਵੀ ਕਰਾਉਣ ਦੇ ਵਿੱਚ ਹੈਲਪ ਕਰਨੀ ਹੈ। ਤਾਂ ਕਰਕੇ ਵੀਡੀਓ ਦੀ ਲੈਂਥ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ, ਬਟ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਅਗਰ ਤੁਹਾਨੂੰ ਕੰਟੈਂਟ ਵਧੀਆ ਮਿਲ ਰਿਹਾ ਔਰ ਯਾਦ ਕਰਨ 'ਚ ਹੈਲਪ ਹੋ ਰਹੀ ਹੈ। ਕਿਉਂਕਿ ਮੇਨਲੀ ਜੀਕੇ ਸਟੈਟਿਕ ਹੋਗੀ, ਚਾਹੇ ਸਟੈਟਿਕ ਜੀਕੇ ਹੋਗੀ, ਚਾਹੇ ਇੰਗਲਿਸ਼ ਵਕੈਬ ਹੋਗੀ, ਇਹ ਸਾਰਾ ਕੁਝ ਹੁੰਦਾ ਰੱਟੇ ਵਾਲਾ ਕੰਮ ਹੀ ਹੈ। ਤਾਂ ਚਲੋ ਜੀ, 6th ਹੈਗਾ ਪੁਆਇੰਟ ਐਪਲ ਪਾਈ ਆਰਡਰ। ਐਪਲ ਪਾਈ ਆਰਡਰ ਮਤਲਬ ਕਿ ਆਏ ਮੰਨ ਲਓ ਤੁਸੀਂ ਵੀ ਸਾਰੇ ਐਪਲ ਨਾ ਆਰਡਰ ਦੇ ਵਿੱਚ ਰੱਖੇ ਹੋਏ ਆ। ਇਟ ਮੀਨਸ ਕੋਈ ਵੀ ਚੀਜ਼ ਜਿਹੜੀ ਪਰਫੈਕਟ ਆਰਡਰ ਦੇ ਵਿੱਚ ਹੋਵੇ। ਠੀਕ ਹੈ, ਐਪਲ ਪਾਈ ਆਰਡਰ ਦਾ ਮਤਲਬ ਹੁੰਦਾ ਕੋਈ ਵੀ ਚੀਜ਼ ਦਾ ਪਰਫੈਕਟ ਆਰਡਰ ਦੇ ਵਿੱਚ ਹੋਣਾ। ਔਨ ਦ ਰਿਵਿਊ ਆਫ ਇਨਸਪੈਕਸ਼ਨ ਐਵਰੀਥਿੰਗ ਵਾਸ ਕੈਪਟ ਇਨ ਐਪਲ ਪਾਈ ਆਰਡਰ। ਠੀਕ ਹੈ, ਇਹਦਾ ਮੈਨੂੰ ਨਹੀਂ ਲੱਗਦਾ ਸੈਂਟੈਂਸ ਵੀ ਰੀਡ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸੌਖਾ ਹੈ। ਇਹਦੇ ਮਤਲਬ ਵਰਡ ਤੋਂ ਹੀ ਤੁਹਾਨੂੰ ਯਾਦ ਹੋ ਰਿਹਾ ਇਨ ਆਰਡਰ ਦੇ ਵਿੱਚ ਹੋਣਾ। ਨੈਕਸਟ ਹੈ ਜੀ ਅਵਬ ਬੋਰਡ। ਇਹ ਵੀ ਅਗੇਨ ਇੰਪੋਰਟੈਂਟ ਹੈਗਾ। ਅਵਬ ਬੋਰਡ ਦਾ ਕੀ ਮਤਲਬ ਹੁੰਦਾ? ਓਨੈਸਟ ਅਤੇ ਸਟ੍ਰੇਟ ਫਾਰਵਰਡ। ਮਤਲਬ ਆਪਾਂ ਨਹੀਂ ਕਹਿੰਦੇ ਕਿ ਕੋਈ ਬੰਦਾ ਵਧੀਆ ਇਮਾਨਦਾਰ ਹੈਗਾ ਅਤੇ ਸਟ੍ਰੇਟ ਫਾਰਵਰਡ ਹੈ, ਮਤਲਬ ਜੋ ਉਹਦੇ ਦਿਲ 'ਚ ਉਹੀ ਉਹਦੀ ਜ਼ੁਬਾਨ 'ਤੇ ਹੈ, ਵੀ ਫੇਕ ਨਹੀਂ ਹੈਗਾ, ਸਟ੍ਰੇਟ ਫਾਰਵਰਡ ਹੈ ਉਹ, ਹੈ ਨਾ। ਤਾਂ ਉਹਦੇ ਲਈ ਆਪਾਂ ਕਹਿੰਦੇ ਹਾਂ ਅਬਵ ਬੋਰਡ ਹੈ ਉਹ। ਠੀਕ ਹੈ, ਹੀ ਇਜ਼ ਨੋਨ ਫॉर ਹਿਜ਼ ਇਹ ਕੰਡਕਟ, ਮਤਲਬ ਉਹਦਾ ਆਹ ਵਾਲੇ ਕੰਡਕਟ ਕਰਕੇ, ਉਹਦੇ ਇਹ ਵਾਲੇ ਬਿਹੇਵੀਅਰ ਕਰਕੇ ਉਹ ਜਾਣਿਆ ਜਾਂਦਾ ਹੈ। ਓਨੈਸਟ ਅਤੇ ਸਟ੍ਰੇਟ ਫਾਰਵਰਡ ਹੈ, ਅਬਵ ਬੋਰਡ ਹੈ। ਹੁਣ ਇਹਨੂੰ ਕਿਵੇਂ ਤੁਸੀਂ ਯਾਦ ਕਰ ਲਓਗੇ? ਠੀਕ ਹੈ, ਇਹਨੂੰ ਤੁਸੀਂ ਇੱਦਾਂ ਯਾਦ ਕਰ ਸਕਦੇ ਹੋ ਕਿ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਅੱਜ ਕੱਲ੍ਹ ਦੇ ਟਾਈਮ 'ਚ, ਜਿਹੜਾ ਓਨੈਸਟ ਵੀ ਹੈ ਅਤੇ ਸਟ੍ਰੇਟ ਫਾਰਵਰਡ ਹੈ, ਉਹ ਸਾਰਿਆਂ ਤੋਂ ਅਵਬ ਹੁੰਦਾ ਹੈ। ਅਵਬ ਮਤਲਬ ਬੋਰਡ ਦੇ ਉੱਤੇ ਜੇ ਕੋਈ ਲਿਸਟ ਦਿੱਤੀ ਹੈ ਨਾ ਇੰਨੇ ਸਾਰੇ ਪਰਸਨਸ ਦੀ, ਉਹ ਬੋਰਡ ਦੇ ਉੱਤੋਂ ਵੀ ਸਾਰਿਆਂ ਤੋਂ ਅਵਬ ਹੋਊਗਾ, ਕਿਉਂਕਿ ਉਹ ਵਧੀਆ ਅਤੇ ਓਨੈਸਟ ਪਰਸਨ ਹੈ। ਮੈਂ ਤੁਹਾਨੂੰ ਤਰੀਕਾ ਦੱਸ ਰਹੀ ਹਾਂ ਯਾਦ ਕਰਨ ਦਾ, ਹੋਰ ਕੁਛ ਨਹੀਂ। ਅਵਬ ਆਲ। 8th ਹੈਗਾ ਆਪਣਾ ਅਵਬ ਆਲ। ਅਵਬ ਆਲ ਦਾ ਮਤਲਬ ਕੀ ਹੁੰਦਾ ਜੀ? ਬਿਫੋਰ ਐਵਰੀਥਿੰਗ ਐਲਸ। ਅੱਛਾ ਜੀ, ਤੁਹਾਨੂੰ ਹੁਣ ਟਿਪੀਕਲ ਲੱਗ ਰਿਹਾ ਹੋਊਗਾ ਯਾਦ ਕਰਨਾ, ਸੌਖੇ ਤਰੀਕੇ ਨਾਲ ਸਮਝਾਉਂਦੀ ਹਾਂ। ਇਹਦਾ ਮਤਲਬ ਹੁੰਦਾ ਅਬਵ ਆਲ ਦਾ ਕਿਸੇ ਵੀ ਮੇਨ ਪੁਆਇੰਟ ਦੇ ਉੱਤੇ ਫੋਕਸ ਕਰਨਾ, ਕਿਸੇ ਵੀ ਮੇਨ ਪੁਆਇੰਟ ਦੇ ਉੱਤੇ ਫੋਕਸ ਕਰਨਾ, ਫੋਕਸ ਕਹਿ ਲਓ ਜਾਂ ਇੰਫੇਸਿਸ ਕਹਿ ਲਓ, ਜ਼ੋਰ ਦੇਣਾ ਕਿਸੇ ਵੀ ਮੇਨ ਪੁਆਇੰਟ ਦੇ ਉੱਤੇ, ਇਹ ਮਤਲਬ ਹੁੰਦਾ ਅਬਵ ਆਲ ਦਾ। ਹੁਣ ਜੇ ਮੈਂ ਇਹਦਾ ਆਹ ਮੀਨਿੰਗ ਸਮਝਾਵਾਂ, ਬਿਫੋਰ ਐਨੀਥਿੰਗ ਐਲਸ, ਇਹਦਾ ਮਤਲਬ ਹੈ ਵੀ ਕਿਸੇ ਵੀ ਹੋਰ ਚੀਜ਼ ਦੀ ਬਜਾਏ ਆਹ ਚੀਜ਼। ਜਿਵੇਂ ਮੈਂ ਤੁਹਾਨੂੰ ਕਹਿੰਦਾ ਇੰਨਾ ਕੁਛ ਪਿਆ ਮੇਰੇ ਕੋਲੇ, ਮੈਂ ਕਹਿੰਦਾ ਕਿਸੇ ਵੀ ਹੋਰ ਚੀਜ਼ ਦੀ ਬਜਾਏ ਆਹ ਹੈ ਸਾਰਿਆਂ ਤੋਂ ਉੱਤੇ। ਠੀਕ ਹੈ, ਤਾਂ ਉੱਦਾਂ ਹੁੰਦਾ ਇਹ ਵੀ ਮੇਨ ਪੁਆਇੰਟ ਦੇ ਉੱਤੇ ਫੋਕਸ ਦੇਣਾ, ਇੰਫੇਸਿਸ ਦੇਣਾ। ਤਾਂ ਅਵਬ ਆਲ ਦਾ ਮਤਲਬ ਹੈ ਵੀ ਸਾਰਿਆਂ 'ਚੋਂ ਆਲ ਦੇ ਵਿੱਚੋਂ ਕੋਈ ਚੀਜ਼ ਅਵਬ ਹੋਣੀ, ਉਹਨੂੰ ਉਹਦੇ ਲਈ ਯੂਜ਼ ਕਰਦੇ ਹਾਂ ਆਪਾਂ। ਠੀਕ ਹੈ, ਅਵਬ ਆਲ ਹੀ ਇਜ਼ ਬਲੰਟ ਐਂਡ ਡੇਅਰ ਡੈਵਿਲ। ਕਹਿੰਦੇ ਹੋਰ ਸਾਰਾ ਕੁਝ ਛੱਡ ਕੇ ਉਹ ਕੀ ਹੈਗਾ, ਮਤਲਬ ਹੋਰ ਸਾਰਾ ਕੁਝ ਤਾਂ ਛੱਡੋ, ਬਾਅਦ ਦੀ ਗੱਲ ਹੈ, ਵੀ ਉਹ ਬਲੰਟ ਅਤੇ ਡੇਅਰ ਡੈਵਿਲ ਹੈ, ਵੀ ਸ਼ੈਤਾਨ ਹੈਗਾ ਉਹ ਜਿੱਦਾਂ। ਠੀਕ ਹੈ, ਸਮਝ ਕੇ ਵੀ ਮੇਨ ਪੁਆਇੰਟ ਉਹਦੇ ਲਈ ਇਹ ਹੈ। ਐਜ਼ ਫਿਟ ਐਜ਼ ਫਿਡਲ, ਇਹ ਬਹੁਤ ਵਧੀਆ ਫਰੇਜ਼ ਹੈ, ਜਿਹੜੇ ਸਟੂਡੈਂਟਸ ਆਲਸ ਕਰਦੇ ਨੇ ਨਾ ਉਹਨਾਂ ਲਈ ਵੀ ਬਹੁਤ ਵਧੀਆ ਹੈ।
ਐਜ਼ ਫਿਟ ਐਜ਼ ਫਿਡਲ ਦਾ ਮਤਲਬ ਹੁੰਦਾ ਹੈਗਾ ਸਟਰੋਂਗ ਅਤੇ ਹੈਲਦੀ ਕਹਿਣਾ। ਜਿਵੇਂ ਆਪਾਂ ਕਿਸੇ ਪਰਸਨ ਨੂੰ ਕਹਿਣਾ ਕਿ ਉਹ ਬੰਦਾ ਬਹੁਤ ਫਿੱਟ ਹੈ, ਹੈ ਨਾ, ਆਪਾਂ ਇੱਦਾਂ ਕਹਿ ਦਿੰਦੇ ਹਾਂ, ਤਾਂ ਉਹਦੇ ਲਈ ਆਪਾਂ ਫਰੇਜ਼ ਵਰਤ ਸਕਦੇ ਹਾਂ ਇਹ ਐਜ਼ ਫਿਟ ਐਜ਼ ਫਿਡਲ ਹੈ ਉਹ, ਕਿ ਸਟਰੋਂਗ ਅਤੇ ਹੈਲਦੀ ਹੈ, ਵਧੀਆ ਫਿੱਟ ਪਰਸਨ ਹੈ ਉਹ। ਇਹਦੇ ਐਗਜ਼ਾਮਪਲ ਤਾਂ ਇਹਨਾਂ ਨੇ ਦਿੱਤੀ ਹੋਈ ਹੈ, ਹੀ ਹੈਜ਼ ਰਿਕਵਰਡ ਫਰੋਮ ਇਲਨੈਸ, ਕਿ ਉਹਨੇ ਬਿਮਾਰੀ ਤੋਂ ਰਿਕਵਰ ਕੀਤਾ, ਅਤੇ ਨਾਓ ਉਹ ਫਿਟ ਐਜ਼ ਫਿਡਲ ਹੈ, ਵਧੀਆ ਹੈਲਦੀ ਹੈ ਅਤੇ ਸਟਰੋਂਗ ਹੈ। ਫਿਟ ਤੋਂ ਹੀ ਯਾਦ ਹੋ ਰਿਹਾ, ਦਾ ਮੀਨਿੰਗ ਵਾਲਾ ਇੱਧਰ ਉੱਧਰ ਜਾਣ ਦੀ ਜ਼ਰੂਰਤ ਨਹੀਂ ਹੈ। ਨੈਕਸਟ ਕੀ ਹੈ ਜੀ, ਐਟ ਰੈਂਡਮ। ਰੈਂਡਮ ਦਾ ਮਤਲਬ ਪਤਾ ਕੀ ਹੁੰਦਾ ਹੈ? ਰੈਂਡਮ ਦਾ ਮਤਲਬ ਮੈਂ ਤੁਹਾਨੂੰ ਇਹ ਪ੍ਰੈਫਰ ਕਰੂੰਗੀ ਕਿ ਇਹਨਾਂ ਦੇ ਮੀਨਿੰਗ ਜੇ ਪੰਜਾਬੀ 'ਚ ਯਾਦ ਕਰੋਗੇ ਬਹੁਤ ਛੇਤੀ ਯਾਦ ਰਹਿਣਗੇ, ਇੰਗਲਿਸ਼ ਦੇ ਵਿੱਚ ਉਲਝੀ ਜਾਓਗੇ ਚੀਜ਼ਾਂ ਨਾਲ, ਠੀਕ ਹੈ। ਰੈਂਡਮ ਦਾ ਮਤਲਬ ਹੁੰਦਾ, ਮੈਂ ਤੁਹਾਨੂੰ ਇੱਦਾਂ ਸਮਝਾਉਂਦੀ ਹਾਂ, ਮੰਨ ਲਓ ਮੇਰੇ ਕੋਲ ਨਾ ਇੱਕ ਬਾਕਸ ਹੈਗਾ, ਉਹ ਬਾਕਸ ਦੇ ਵਿੱਚ ਨਾ ਮੇਰੇ ਕੋਲ ਕੀ ਹੈ, ਇੰਨੀਆਂ ਸਾਰੀਆਂ ਬਾਲਸ ਪਈਆਂ ਨੇ, ਕੋਈ ਰੈੱਡ ਕਲਰ ਦੀ ਬਾਲ ਹੈ, ਕੋਈ ਕਿਸੇ ਕਲਰ ਦੀ, ਕੋਈ ਕਿਸੇ ਕਲਰ ਦੀ ਹੈ। ਮੈਂ ਰੈਂਡਮਲੀ ਇੱਕ ਦੋ ਬਾਲ ਉਹ 'ਚੋਂ ਚੱਕ ਲਈਆਂ, ਮੈਂ ਸੋਚ ਕੇ ਨਹੀਂ ਚੱਕਿਆ ਵੀ ਮੈਂ ਰੈੱਡ ਚੱਕਣੀ ਹੈ ਕਿ ਬਲੂ ਚੱਕਣੀ ਹੈ, ਮੈਂ ਇੱਦਾਂ ਹੀ ਚੱਕ ਲਈ ਹੈ ਨਾ, ਬਿਨਾਂ ਸੋਚੇ ਸਮਝੇ। ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਰੈਂਡਮਲੀ ਕੋਈ ਚੀਜ਼ ਕਰਨੀ, ਵੀ ਬਿਨਾਂ ਮਤਲਬ ਸੋਚੇ ਸਮਝੇ ਕਰਨੀ, ਠੀਕ ਹੈ, ਉਹਨੂੰ ਆਪਾਂ ਰੈਂਡਮਲੀ ਬੋਲਦੇ ਹਾਂ। ਏਮਲੈਸਲੀ ਮਤਲਬ ਵੀ ਮੈਂ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕੀਤੀ, ਮਤਲਬ ਮੇਰਾ ਕੋਈ ਏਮ ਨਹੀਂ ਹੈਗਾ ਸੀਗਾ ਵੀ ਮੈਂ ਇਹੀ ਚੱਕਣੀ ਹੈ ਬਾਲ, ਦੂਜੀ ਨਹੀਂ ਚੱਕਣੀ, ਤਾਂ ਮੈਂ ਏਮਲੈਸਲੀ ਚੱਕੀ ਸੀ, ਠੀਕ ਹੈ। ਤਾਂ ਇਹ ਮਤਲਬ ਹੁੰਦਾ ਇਹਦਾ ਮੇਨਲੀ ਰੈਂਡਮ ਦਾ। ਤਾਂ ਐਟ ਰੈਂਡਮ ਕੀ ਹੋ ਗਿਆ, ਕਹਿੰਦੇ ਜਿਵੇਂ ਮਿਲੀਟੈਂਟਸ ਨੇ ਨਾ ਜਿਹੜੇ, ਫਾਇਰਡ ਐਟ ਰੈਂਡਮ ਕਿਲਿੰਗ ਅ ਲੋਟ ਆਫ ਇਨੋਸੈਂਟ ਪੀਪਲ। ਹੁਣ ਜਿਹੜੇ ਕਹਿੰਦੇ ਮਿਲੀਟੈਂਟ ਸੀਗੇ ਗੋਲੀਆਂ ਚਲਾਉਣ ਵਾਲੇ, ਉਹਨਾਂ ਨੇ ਰੈਂਡਮ ਕਿਲਿੰਗ ਕਰਤੀ ਬਿਨਾਂ ਇਹ ਦੇਖੇ ਸਾਹਮਣੇ ਕੌਣ ਆਈ ਜਾਂਦਾ, ਅਤੇ ਇਹਦੇ ਕਰਕੇ ਬਹੁਤ ਸਾਰੇ ਇਨੋਸੈਂਟ ਪੀਪਲ ਨੇ ਜਿਹੜੇ ਉਹ ਮਾਰੇ ਗਏ, ਬਹੁਤ ਸਾਰੇ ਇਨੋਸੈਂਟ ਪਰਸਨ ਮਾਰੇ ਗਏ। ਹੋਪਸ ਉਹਦਾ ਮੀਨਿੰਗ ਤੁਹਾਨੂੰ ਉਵੇਂ ਕਲੀਅਰ ਹੋਊਗਾ ਜਿਹੜਾ ਤੁਹਾਨੂੰ ਮੈਂ ਇਨਫੋਰਮਲ ਵੇ ਨਾਲ ਸਮਝਾਇਆ, ਕਿਉਂਕਿ ਜਿਵੇਂ ਤੁਹਾਨੂੰ ਸਿੱਧਾ ਕਹਿਦਾ ਏਮਲੈਸਲੀ ਯਾਦ ਕਰ ਲਓ, ਰੱਟੇ ਵਾਲਾ ਕੰਮ ਹੋ ਜਾਂਦਾ ਕਈ ਵਾਰ, ਨਹੀਂ ਵੀ ਯਾਦ ਹੁੰਦਾ, ਹੈ ਨਾ। ਚਲੋ ਨੈਕਸਟ 'ਤੇ ਚੱਲਦੇ ਹਾਂ। ਨੈਕਸਟ ਕੀ ਹੈ ਜੀ ਆਪਣਾ 11th ਪੁਆਇੰਟ, ਐਟ ਅ ਲੂਜ਼ ਐਂਡ। ਇਹਦਾ ਮਤਲਬ ਹੁੰਦਾ ਅਨਆਕੂਪਾਈਡ ਜਾਂ ਆਈਡਲ, ਮਤਲਬ ਕੋਈ ਵਿਹਲਾ ਹੈ। ਅਨਆਕੂਪਾਈਡ ਮੀਨੇ ਕੁਛ ਨਹੀਂ ਕਰ ਰਿਹਾ, ਖਾਲੀ ਬੈਠਾ ਹੈ ਨਾ ਕੋਈ ਵੀ, ਆਈਡਲ ਵੀ ਵਿਹਲਾ ਹੀ ਹੁੰਦਾ। ਦੋਨਾਂ 'ਚੋਂ ਇੱਕ ਮੀਨਿੰਗ ਤੁਸੀਂ ਯਾਦ ਕਰ ਸਕਦੇ ਹੋ। ਨਾਓ ਡੇਜ਼ ਹੀ ਇਜ਼ ਐਟ ਲੂਜ਼ ਐਂਡ ਬਿਕੋਜ਼ ਹੀ ਵਾਜ਼ ਵਾਊਂਡ ਅਪ ਹਿਸ ਬਿਜ਼ਨਸ। ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਨਾ ਉਹ ਵਿਹਲਾ ਰਹਿੰਦਾ ਕਿਉਂਕਿ ਉਹਨੇ ਜਿਹੜਾ ਆਪਣਾ ਬਿਜ਼ਨਸ ਹੈ ਨਾ ਉਹ ਵਾਈਂਡ ਅਪ ਕਰਤਾ, ਮਤਲਬ ਖ਼ਤਮ ਕਰਤਾ ਆਪਣਾ ਬਿਜ਼ਨਸ ਨੂੰ, ਇੱਕ ਵਾਰੀ ਸਟੋਪ ਕਰਤਾ, ਠੀਕ ਹੈ। ਐਟ ਲੂਜ਼ ਐਂਡ ਦਾ ਕੀ ਮਤਲਬ ਹੁੰਦਾ ਹੈਗਾ ਕਿ ਜੇ ਉਹਦਾ ਜਿਹੜਾ ਐਂਡ ਹੈ, ਤੁਸੀਂ ਮੰਨ ਕੇ ਚਲੋ ਵੀ ਲੂਜ਼ ਹੀ ਹੋਇਆ, ਹੁਣ ਉਹ ਵਿਹਲਾ ਹੀ ਬੈਠਾ ਕਿਉਂਕਿ ਉਹ ਕੁਛ ਕਰ ਨਹੀਂ ਰਿਹਾ, ਠੀਕ ਹੈ। ਲੂਜ਼ ਐਂਡ ਦਾ ਮਤਲਬ ਸਮਝ ਕੇ ਚੱਲੋ ਵੀ ਉਹਨੇ ਕਿਸੇ ਚੀਜ਼ ਨੂੰ ਢਿੱਲਾ ਛੱਡਿਆ, ਆਪ ਵਿਹਲਾ ਬੈਠਾ ਸੀ, ਉਹ ਲੂਜ਼ ਹੋ ਗਈ, ਠੀਕ ਹੈ। ਤਾਂ ਇੱਦਾਂ ਤੁਸੀਂ ਥੋੜ੍ਹਾ ਜਿਹਾ ਇਹਨੂੰ ਕੋਰਲੇਟ ਕਰ ਸਕਦੇ ਹੋ। ਚਲੋ ਪਹਿਲਾਂ ਫਟਾਫਟ ਪਹਿਲੇ 11 ਦੇਖ ਲੈਂਦੇ ਹਾਂ ਆਪਾਂ ਕੀ ਕੀਤਾ। ਐਟ ਵਨਸ ਵਿਟਸ ਐਂਡ, ਇਹਦਾ ਮਤਲਬ ਸੀ ਕਨਫਿਊਜ਼ ਹੋਣਾ, ਠੀਕ ਹੈ। ਇਹਨੂੰ ਤੁਹਾਨੂੰ ਨਾ ਤਰੀਕੇ ਨਾਲ ਦੱਸਾਂ ਵੀ ਤੁਸੀਂ ਕਿਵੇਂ ਯਾਦ ਕਰ ਲਓ, ਜੇ ਰੱਟਾ ਹੀ ਲਾਉਣਾ ਇਹਦਾ ਮਤਲਬ, ਕਿਉਂਕਿ ਇਹ ਵਰਡ 'ਚ ਉਹਦਾ ਮੀਨਿੰਗ ਨਿਕਲ ਨਹੀਂ ਰਿਹਾ ਅਸਲ ਤਰੀਕੇ ਨਾਲ। ਤਾਂ ਵਿਟਨੈਸ ਨਾ ਆਪਾਂ ਉਹਨੂੰ ਨਹੀਂ ਕਹਿੰਦੇ ਹੁੰਦੇ, ਗਵਾਹ ਪਰ ਗਵਾਹੀ ਦਿੰਦਾ ਜਿਹੜਾ ਕੋਰਟ ਦੇ ਵਿੱਚ, ਕਿ ਆਪਣਾ ਇਹ ਵਿਟਨੈਸ ਹੈ, ਉਹ ਜਿਹੜਾ ਕਟਕਰਾ ਆਇਆ ਹੁੰਦਾ ਉਹਨੂੰ ਵੀ ਵਿਟਨੈਸ ਬਾਕਸ ਹੀ ਬੋਲਦੇ ਆ ਨਾ, ਤਾਂ ਉਹ 'ਚ ਗਵਾਹੀ ਦੇ ਨਾਲ ਆਪਣਾ ਵਿਟਨੈਸ ਹੁੰਦਾ ਹੈ ਨਾ, ਸਬੂਤ ਜਿਹਨੂੰ ਆਪਾਂ ਪੇਸ਼ ਕਰਦੇ ਹਾਂ ਉੱਥੇ। ਤਾਂ ਇਹ ਮੰਨ ਲਓ ਕਿ ਐਟ ਵਨਸ ਵਿਟਨੈਸ ਐਂਡ, ਇਹਦੇ ਮੀਨਿੰਗ ਤੋਂ ਲਰਨ ਕਰਾਉਣ ਦੀ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਮੈਂ, ਵੀ ਕਿਸੇ ਵਨਸ ਕਿਸੇ ਪਰਸਨ ਲਈ ਯੂਜ਼ ਕਰਦੇ ਹਾਂ, ਵਿਟ ਉਹ ਸਬੂਤ ਤੋਂ ਲਾ ਲਓ ਤੁਸੀਂ, ਵੀ ਕਿਸੇ ਦਾ ਜਿਹੜਾ ਸਬੂਤ ਹੈ ਨਾ ਉਹ ਖਤਮ ਹੋ ਗਿਆ, ਤਾਂ ਉਹ ਬੰਦਾ ਹੁਣ ਕੀ ਕਰੂਗਾ, ਉਹ ਕੋਰਟ 'ਚ ਖੜਾ, ਉਹਦਾ ਕੋਈ ਸਬੂਤ ਹੀ ਨਹੀਂ ਹੈਗਾ, ਉਹ ਖਤਮ ਹੋ ਗਿਆ, ਤੇ ਉਹ ਕਨਫਿਊਜ਼ ਹੀ ਹੋਊਗਾ ਨਾ ਵੀ ਮੈਂ ਹੁਣ ਕੀ ਕਰਾਂ। ਤਾਂ ਇੱਦਾਂ ਤੁਸੀਂ ਯਾਦ ਕਰ ਲਓ ਇਹਨੂੰ, ਠੀਕ ਹੈ। ਐਟ ਵਨਸ ਫਿੰਗਰ ਟਿਪਸ ਮਤਲਬ ਪੂਰੀ ਨੌਲੇਜ ਹੈ। ਸਪਰ ਆਫ ਮੂਵਮੈਂਟ ਕੀ ਹੈ, ਬਿਨਾਂ ਦੇਰੀ ਕੀਤੇ ਕੁਝ ਕਰਨਾ। ਆਲ ਇਨ ਆਲ ਇਹ ਮੋਸਟ ਇੰਪੋਰਟੈਂਟ। ਐਟ ਕਲੋਜ਼ ਕੁਆਟਰ ਮਤਲਬ ਕਲੋਜ਼ ਐਗਜ਼ਾਮੀਨੇਸ਼ਨ ਕਰਨੀ। ਐਪਲ ਪਾਈ ਆਰਡਰ ਪਰਫੈਕਟ ਆਰਡਰ 'ਚ ਕੋਈ ਚੀਜ਼। ਅਵਬ ਬੋਰਡ ਮਤਲਬ ਓਨੈਸਟ ਅਤੇ ਸਟੇਟ ਫਾਰਵਰਡ ਹੈ ਅਗਲਾ, ਠੀਕ ਹੈ। ਅਵਬ ਆਲ ਕੀ ਸੀਗਾ, ਅਵਬ ਆਲ ਕਿਸੇ ਮੇਨ ਪੁਆਇੰਟ ਦੇ ਉੱਤੇ ਫੋਕਸ ਕਰਨਾ, ਇੰਫੇਸਿਸ ਕਰਨਾ, ਠੀਕ ਹੈ। ਐਜ਼ ਫਿਟ ਐਜ਼ ਫਿਡਲ ਕੋਈ ਸਟਰੋਂਗ ਹੈ ਅਤੇ ਹੈਲਦੀ ਹੈ, ਕੋਈ ਫਿੱਟ ਹੈ ਪੂਰਾ ਬੋਡੀ ਤੋਂ, ਠੀਕ ਹੈ, ਉਹਦੇ ਲਈ ਯੂਜ਼ ਕਰਦੇ ਹਾਂ। ਐਟ ਰੈਂਡਮ ਹੁੰਦਾ ਬਿਨਾਂ ਏਮਲੈਸਲੀ, ਮਤਲਬ ਕਿ ਬਿਨਾਂ ਕੁਛ ਵੀ ਸੋਚੇ ਸਮਝੇ, ਲਾਈਕ ਕਰਨਾ ਕੁਛ ਵੀ ਬਿਨਾਂ ਪਾਰਸ਼ੈਲਿਟੀ ਤੋਂ, ਠੀਕ ਹੈ। ਐਟ ਲੂਜ਼ ਐਂਡ ਦਾ ਮਤਲਬ ਕੋਈ ਵਿਹਲਾ ਹੈ, ਠੀਕ ਹੈ, ਵਿਹਲੇ ਤੋਂ। ਐਟ ਲੌਜਰਸ ਹੈਡ, ਇਹਦਾ ਕੀ ਮਤਲਬ ਹੁੰਦਾ ਜੀ, ਐਟ ਲੌਜਰਸ ਹੈਡ ਦਾ ਮਤਲਬ ਟੂ ਬੀ ਐਟ ਸਟਰਾਈਫ। ਦ ਪਾਰਟਨਰਸ ਆਫ ਅ ਫਰਮ ਆਰ ਐਟ ਲੌਜਰਸ ਹੈਡਸ ਦੀਸ ਡੇਜ਼। ਇਸ ਸਟਰਾਈਫ ਨੂੰ ਕੱਟ ਕੇ ਤੁਸੀਂ ਤੇ ਕਨਫਲਿਕਟ ਲਿਖ ਲਿਓ, ਮਤਲਬ ਸੌਖਾ ਹੋ ਜਾਊਗਾ ਯਾਦ ਕਰਨਾ। ਕਨਫਲਿਕਟ, ਹੁਣ ਤੁਹਾਨੂੰ ਨਾ ਕਨਫਲਿਕਟ ਦਾ ਮਤਲਬ ਤਾਂ ਹੁੰਦਾ ਨਾ ਝਗੜਾ, ਮਤਲਬ ਕਨਫਲਿਕਟ, ਠੀਕ ਹੈ। ਕਨਫਲਿਕਟ ਹੋ ਜਾਂਦਾ ਆਪਣਾ ਵਾਦ ਵਿਵਾਦ ਕਿਸੇ ਗੱਲ ਦੇ ਉੱਤੇ, ਤਾਂ ਇਹਨੂੰ ਆਪਾਂ ਛੱਡੋ, ਇਹਨੂੰ ਸੈਂਟੈਂਸ ਨੂੰ ਮੈਂ ਤੁਹਾਨੂੰ ਸਿੱਧਾ ਯਾਦ ਕਰਾਉਣੀ। ਐਟ ਲੌਜਰਸ ਹੈਡ ਮਤਲਬ ਮੰਨ ਕੇ ਚੱਲੋ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਪਰਸਨਸ ਨੂੰ ਲੌਜਰ ਕਹਿੰਦੇ, ਅਤੇ ਉਹ ਸਿਰ ਭਿੜਦੇ ਫਿਰਦੇ ਆ ਉਹਨਾਂ ਦੇ ਉਸ ਦੇ ਡਿਪਾਰਟਮੈਂਟ ਦੇ ਵਿੱਚ, ਮਤਲਬ ਉਹਨਾਂ ਦੇ ਵਿੱਚ ਕਨਫਲਿਕਟ ਹੈ, ਠੀਕ ਹੈ। ਐਟ ਲੌਜਰਸ ਹੈਡ ਮਤਲਬ ਕੀ ਹੈ, ਕਨਫਲਿਕਟ ਆ ਉਹਨਾਂ ਦੇ ਵਿੱਚ, ਇੱਦਾਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਐਟ ਔਡਸ, ਔਡ ਦਾ ਵੀ ਇਹ ਦੋਨੋਂ ਦਾ ਮੀਨਿੰਗ ਸੇਮ ਹੀ ਹੈ। ਔਡ ਦਾ ਮਤਲਬ ਵੀ ਕੀ ਹੁੰਦਾ, ਇਨ ਡਿਸਪਿਊਟ, ਝਗੜੇ ਦੇ ਵਿੱਚ ਹੈ ਕੋਈ। ਦ ਮੈਂਬਰ ਆਫ ਦ ਗਰੁੱਪ ਵਰ ਐਟ ਔਡਸ ਓਵਰ ਅ ਸਿਲੈਕਸ਼ਨ ਆਫ ਪ੍ਰੋਸੀਜਰ। ਕਹਿੰਦੇ ਜਿਹੜੇ ਮੈਂਬਰ ਸੀ ਨਾ ਗਰੁੱਪ ਦੇ, ਉਹ ਝਗੜ ਰਹੇ ਸੀਗੇ ਸਿਲੈਕਸ਼ਨ ਪ੍ਰੋਸੀਜਰ ਨੂੰ ਲੈ ਕੇ, ਠੀਕ ਹੈ। ਤਾਂ ਐਟ ਲੌਜਰਸ ਹੈਡ ਅਤੇ ਐਟ ਔਡਸ ਦੋਨਾਂ ਦਾ ਮਤਲਬ ਕੀ ਹੈਗਾ,
ਝਗੜਨਾ, ਲਾਈਕ ਕਨਫਲਿਕਟ ਦੇ ਨਾਲ ਰਿਲੇਟਡ ਕਰਦਾ ਦੋਨਾਂ ਦਾ ਮੀਟਿੰਗ। ਅਗਲਾ ਬਹੁਤ ਸੌਖਾ ਹੈ ਜੀ, ਕਹਿੰਦੇ ਐਪਲ ਆਫ ਡਿਸਕॉर्ड। ਡਿਸਕॉर्ड ਹੁੰਦਾ ਝਗੜਾ, ਐਪਲ ਹੁੰਦਾ ਸੇਬ, ਮਤਲਬ ਝਗੜੇ ਦਾ ਕਾਰਨ ਕੋਈ। ਐਪਲ ਆਫ ਡਿਸਕॉर्ड, ਜਿਵੇਂ ਆਪਾਂ ਕਿਸੇ ਪਰਸਨ ਨੂੰ ਕਹਿ ਦਈਏ ਵੀ ਇਹ ਐਪਲ ਆਫ ਡਿਸਕॉर्ड, ਇਹਦਾ ਮਤਲਬ ਕੀ ਹੈ ਵੀ ਉਹ ਝਗੜੇ ਦਾ ਕਾਰਨ ਹੈ, ਵੀ ਜਿੱਥੇ ਜਾਂਦਾ ਉੱਥੇ ਝਗੜਾ ਕਰਾ ਦਿੰਦਾ, ਠੀਕ ਹੈ, ਜਾਂ ਉਹਦੇ ਕਰਕੇ ਝਗੜਾ ਹੋ ਜਾਂਦਾ। ਤਾਂ ਕਾਜ਼ ਆਫ ਕੁਰਲੀ ਹੁੰਦਾ, ਇਹਦਾ ਮਤਲਬ ਵੀ ਝਗੜੇ ਦਾ ਕਾਰਨ ਹੈ, ਠੀਕ ਹੈ। ਇਹਦੇ ਮੀਨਿੰਗ ਕੀ ਲਿਖਿਆ ਇਹਨਾਂ ਨੇ ਸੈਂਟੈਂਸ, ਐਨਸੈਸਟਰਲ ਪ੍ਰੋਪਰਟੀ ਇਜ਼ ਐਨ ਐਪਲ ਆਫ ਡਿਸਕॉर्ड ਬਿਟਵੀਨ ਟੂ ਸਿਸਟਰਸ। ਇਹਦਾ ਮਤਲਬ ਹੁੰਦਾ ਜਿਹੜੇ ਆਪਣੇ ਪੂਰਵਜਾਂ ਦੀ ਪ੍ਰੋਪਰਟੀ ਹੈ, ਪੂਰਵਜ ਹੁੰਦਾ ਐਨਚੈਸਟਰਸ। ਕਹਿੰਦੇ ਜਿਹੜੀ ਪੂਰਵਜਾਂ ਦੀ ਪ੍ਰੋਪਰਟੀ ਹੈ ਨਾ, ਉਹ ਝਗੜੇ ਦਾ ਕਾਰਨ ਬਣ ਗਈ। ਕਿਹਦੇ ਵਿਚਾਲੇ? ਦੋ ਸਿਸਟਰਸ ਦੇ ਵਿਚਾਲੇ, ਦੋ ਭੈਣਾਂ ਦੇ ਵਿਚਾਲੇ। ਮੋਸਟਲੀ ਘਰਾਂ ਦੇ ਵਿੱਚ ਕਲੇਸ਼ ਇਹਨਾਂ ਗੱਲਾਂ ਕਰਕੇ ਹੀ ਹੁੰਦਾ ਕਿ ਪ੍ਰੋਪਰਟੀ ਕਰਕੇ, ਹੈ ਨਾ, ਜਿਹੜੇ ਪਿਛਲੇ ਪੂਰਵਜ ਆਪਣੇ ਛੱਡ ਕੇ ਗਏ ਹੁੰਦੇ ਆ। 15th ਹੈਗਾ ਜੀ ਐਟ ਕ੍ਰੋਸ ਪਰਪਸਿਸ। ਹੁਣ ਇਹਦਾ ਕੀ ਮਤਲਬ ਹੈ? ਕ੍ਰੋਸ ਪਰਪਸ ਦਾ ਮਤਲਬ ਹੈ ਜਿਵੇਂ ਮੰਨ ਲਓ ਮੇਰਾ ਪਰਪਸ ਏ ਹੈ ਅਤੇ ਮੇਰਾ ਪਰਪਸ ਐ ਨੂੰ ਜਾ ਰਿਹਾ, ਕਿਸੇ ਦਾ ਪਰਪਸ ਬੀ ਹੈ, ਉਹ ਐ ਨੂੰ ਜਾ ਰਿਹਾ, ਇਹ ਪਰਪਸ ਕ੍ਰੋਸ ਕਰ ਗਏ ਦੋਨਾਂ ਦੇ। ਮਤਲਬ ਮੇਰੀ ਓਪੀਨੀਅਨ ਕੁਛ ਹੋਰ ਹੈ, ਆਹ ਪਰਸਨ ਦੀ ਓਪੀਨੀਅਨ ਕੁਛ ਹੋਰ ਹੈ, ਅਤੇ ਉਹ ਜਾ ਕੇ ਕਨਫਲਿਕਟ ਹੋ ਗਿਆ ਦੋਨਾਂ ਦੇ ਵਿੱਚ, ਠੀਕ ਹੈ। ਬਸ ਇਹੀ ਹੁੰਦਾ ਜਦੋਂ ਪਰਪਸ ਕਿਸੇ ਦੇ ਵੀ ਅਲੱਗ-ਅਲੱਗ ਹੋਣ ਨਾ, ਤਾਂ ਫਿਰ ਉੱਥੇ ਕਨਫਲਿਕਟਿੰਗ ਇੰਟੈਂਸ਼ਨ ਹੋ ਜਾਂਦੀ ਹੈ। ਸਮਝ ਗਏ? ਇਦੋਂ ਸੌਖੇ ਤਰੀਕੇ ਨਾਲ ਨਹੀਂ ਇਹਨੂੰ ਸਮਝਾਇਆ ਜਾ ਸਕਦਾ, ਕਨਫਲਿਕਟਿੰਗ ਇੰਟੈਂਸ਼ਨ ਹੋ ਜਾਂਦੀ ਹੈ, ਠੀਕ ਹੈ। ਓਕੇ ਆ ਜੀ। ਜਿੱਦਾਂ ਇਹਦੇ ਵਿੱਚ ਲਿਖਿਆ, ਹਾਊ ਕੈਨ ਦੇਅਰ ਬੀ ਪੀਸ ਇਨ ਦੇਅਰ ਫੈਮਿਲੀ ਵੈਨ ਹਸਬੈਂਡ ਐਂਡ ਵਾਈਫ ਐਟ ਕ੍ਰੋਸ ਪਰਪਸਿਸ। ਕਹਿੰਦੇ ਕਿਸੇ ਘਰ ਦੇ ਵਿੱਚ ਸ਼ਾਂਤੀ ਕਿਵੇਂ ਹੋ ਸਕਦੀ ਹੈ ਜਦੋਂ ਹਸਬੈਂਡ ਅਤੇ ਵਾਈਫ ਦੇ ਜਿਹੜੇ ਪਰਪਸ ਨੇ ਅਲੱਗ-ਅਲੱਗ ਹੋ ਜਾਣ। ਹੁਣ ਵਾਈਫ ਕਹੇ ਮੈਂ ਤਾਂ ਐਂ ਚੱਲੂੰਗੀ, ਹਸਬੈਂਡ ਕਹੇ ਮੈਂ ਤਾਂ ਐਂ ਚੱਲੂੰਗਾ, ਫਿਰ ਉੱਥੇ ਬੱਚੇ ਕੀ ਕਰਨ, ਹੈ ਨਾ। ਕਨਫਲਿਕਟ ਹੀ ਹੁੰਦਾ ਇਹੋ ਜਿਹੇ ਘਰਾਂ ਦੇ ਵਿੱਚ। ਤਾਂ ਨੈਕਸਟ 16th ਕੀ ਕਹਿੰਦਾ ਆਪਣਾ, ਆਫਟਰ ਵਨਸ ਓਨ ਹਾਰਟ। ਆਫਟਰ ਵਨਸ ਓਨ ਹਾਰਟ ਦਾ ਕੀ ਮੀਨਿੰਗ ਲਿਖਿਆ ਇਹਨਾਂ ਨੇ? ਟੂ ਵਨਸ ਲਾਈਕਿੰਗ। ਟੂ ਵਨਸ ਲਾਈਕਿੰਗ, ਇਹਨੂੰ ਸੌਖੇ ਤਰੀਕੇ ਨਾਲ ਸਮਝਦੇ ਹਾਂ। ਆਫਟਰ ਵਨਸ ਓਨ ਹਾਰਟ ਮਤਲਬ ਕਿ ਆਪਣੇ ਦਿਲ ਦੇ ਲਾਈਕ ਮਗਰ ਲੱਗਣਾ, ਹੈ ਨਾ, ਇੱਦਾਂ ਦਾ ਕੁਛ ਹੈ ਇਹਦਾ ਮੀਨਿੰਗ। ਤਾਂ ਇਹਦਾ ਜਿਹੜਾ ਐਗਜ਼ੈਕਟ ਮੀਨਿੰਗ ਹੈ ਉਹ ਹੁੰਦਾ ਸੇਮ ਲਾਈਕਿੰਗ, ਸੇਮ ਟੇਸਟ ਕਹਿ ਲਓ। ਚਲੋ ਜਿਵੇਂ ਮੰਨ ਲਓ ਦੋ ਪਰਸਨ ਹੈਗੇ, ਜੇ ਮੰਨ ਲਓ ਜਿੱਦਾਂ ਦਾ ਮੇਰਾ ਨੇਚਰ ਹੈ, ਮੰਨ ਲਓ ਮੈਨੂੰ ਕੋਈ ਪਰਸਨ ਮਿਲਿਆ, ਉਹਦਾ ਨੇਚਰ ਤੇ ਉਹ ਮੇਰੇ ਵਰਗਾ ਹੀ ਹੈ, ਮਤਲਬ ਉਹਦਾ ਟੇਸਟ ਵੀ ਮੇਰੇ ਵਰਗਾ। ਟੇਸਟ ਦਾ ਮਤਲਬ ਇਹ ਹੁੰਦਾ ਹੈਬਿਟਸ, ਵੀ ਜਿਹੜੀਆਂ ਚੀਜ਼ਾਂ ਮੈਨੂੰ ਪਸੰਦ ਹੈ ਅਗਲੇ ਨੂੰ ਵੀ ਉਹੀ ਚੀਜ਼ਾਂ ਪਸੰਦ ਹੈ। ਤਾਂ ਓਬਵੀਅਸ ਜੀ ਗੱਲ ਹੈ ਕਿ ਦੋਨੋਂ ਜਾਣਿਆਂ ਦੀ ਅੰਡਰਸਟੈਂਡਿੰਗ ਵਧੀਆ ਹੋਊਗੀ, ਠੀਕ ਹੈ। ਆਪਾਂ ਇਹ ਵੀ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਵੀ ਬੰਦਾ ਹੁੰਦਾ ਉਹਨੂੰ ਜੇ ਜੱਜ ਕਰਨਾ ਹੋਵੇ ਕਿ ਕਿਹੋ ਜਿਹਾ, ਉਹਦੇ ਫਰੈਂਡਸ ਚੈੱਕ ਕਰ ਲਓ, ਠੀਕ ਹੈ, ਕਿ ਜੇ ਉਹਦੀ ਸੰਗਤ ਵਧੀਆ ਤਾਂ ਉਹ ਖੁਦ ਵੀ ਵਧੀਆ ਹੋਊਗਾ, ਕਿਉਂਕਿ ਆਪਣੇ ਵਰਗੇ ਲੋਕਾਂ ਨਾਲ ਹੀ ਨਿਭਦੀ ਹੁੰਦੀ ਹੈ ਹਰੇਕ ਬੰਦੇ ਦੀ। ਤਾਂ ਆਫਟਰ ਵਨ ਓਨ ਹਾਰਟ ਦਾ ਮਤਲਬ ਹੈ ਕਿ ਵਨਸ ਲਾਈਕਿੰਗ, ਮਤਲਬ ਸੇਮ ਟੇਸਟ ਹੋਣਾ ਦੋ ਪਰਸਨਸ ਦਾ, ਹੈ ਨਾ। ਜਿੱਦਾਂ ਇਹਦੇ ਵਿੱਚ ਕੀ ਲਿਖਿਆ ਹੈ, ਵੈਨ ਦੀਪਾ ਮੈਟ ਏ ਮੈਨ ਆਫਟਰ ਹਰ ਓਨ ਹਾਰਟ। ਕਹਿੰਦੇ ਜਦੋਂ ਦੀਪਾ ਮਿਲੀ ਜਾਂ ਕਿਸੇ ਨੂੰ ਵੀ, ਹੈ ਨਾ, ਕੁੜੀ ਹੈ ਇੱਥੇ ਹਰ ਲਿਖਿਆ, ਜਦੋਂ ਕਹਿੰਦੇ ਦੀਪਾ ਮਿਲੀ ਕਿਸੇ ਨੂੰ ਆਪਣੇ ਹਾਰਟ ਵਰਗੇ, ਇਹਦਾ ਮਤਲਬ ਹੈ ਕਿ ਜਿੱਦਾਂ ਦਾ ਉਹਦਾ ਨੇਚਰ ਸੀ ਜਾਂ ਜਿੱਦਾਂ ਦਾ ਉਹਦਾ ਟੇਸਟ ਸੀ, ਉਹਦੇ ਵਰਗੇ ਪਰਸਨ ਨੂੰ ਮਿਲੀ, ਤਾਂ ਸ਼ੀ ਗੋਟ ਮੈਰਿਡ ਟੂ ਹਿਮ, ਤਾਂ ਉਹਨੇ ਉਹਦੇ ਨਾਲ ਮੈਰਿਜ ਕਰਾ ਲਈ ਕਿਉਂਕਿ ਉਹਨਾਂ ਦੀ ਅੰਡਰਸਟੈਂਡਿੰਗ ਵਧੀਆ ਬਣ ਗਈ, ਠੀਕ ਹੈ ਜੀ। ਹੋਪ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਹਾਂਜੀ, ਇਸ ਸਲਾਈਡ ਦੇ ਵਿੱਚ ਆਪਾਂ ਕੀ ਕੀਤਾ, ਲੌਜਰ ਸੈਟ ਸੀਗਾ ਕਨਫਲਿਕਟ ਵਾਲਾ, ਔਡ ਵੀ ਡਿਸਪਿਊਟ ਵਾਲਾ ਸੀਗਾ, ਐਪਲ ਆਫ ਡਿਸਕॉर्ड ਸੀਗਾ ਝਗੜੇ ਦਾ ਕਾਰਨ, ਕ੍ਰੋਸ ਪਰਪਸਿਸ ਸੀਗੇ ਜਦੋਂ ਦੋ ਕਨਫਲਿਕਟਿੰਗ ਆਪਣੇ ਪਰਪਸ ਹੋ ਜਾਣ, ਇੰਟੈਂਸ਼ਨਸ ਹੋ ਜਾਣ, ਅਤੇ ਆਫਟਰ ਵਨਸ ਓਨ ਹਾਰਟ ਮਤਲਬ ਕੀ ਹੈ, ਮਤਲਬ ਸੇਮ ਟੇਸਟ ਹੋਣਾ ਕਿਸੇ ਦਾ, ਠੀਕ ਹੈ। ਚਲੋ ਇੱਕ ਵਾਰੀ ਸਾਰਾ ਸਮ ਅਪ ਕਰ ਲੈਣੇ ਜਲਦੀ। ਪਹਿਲਾਂ ਆਪਾਂ ਕੀਤਾ ਸੀ ਐਟ ਵਨਸ ਵਿਟਸ ਐਂਡ। ਹੁਣ ਜੇ ਕਿਸੇ ਦੇ ਵਿਟਨੈਸ ਦਾ ਐਂਡ ਹੋ ਗਿਆ ਤਾਂ ਉਹ ਪਰਪਲੈਕਸ ਹੋਊਗਾ, ਕਨਫਿਊਜ਼ ਹੋਊਗਾ। ਪਰਪਲੈਕਸ, ਕਨਫਿਊਜ਼, ਡੈਲੀਮਾ, ਤਿੰਨੇ ਵਰਡ ਯਾਦ ਰੱਖਿਓ ਕਨਫਿਊਜ਼ਿੰਗ ਲਈ। ਐਟ ਵਨਸ ਫਿੰਗਰ ਟਿਪਸ, ਕਿਸੇ ਦੇ ਕੁਝ ਫਿੰਗਰ ਟਿਪਸ ਦੇ ਉੱਤੇ ਹੋਣਾ, ਮਤਲਬ ਕਿ ਉਹਨੂੰ ਸਾਰੀ ਕੰਪਲੀਟ ਨੌਲੇਜ ਹੈ। ਐਟ ਦਾ ਸਪਰ ਆਫ ਮੂਵਮੈਂਟ ਮਤਲਬ ਕਿ ਬਿਨਾਂ ਦੇਰੀ ਕੀਤੇ। ਆਲ ਇਨ ਆਲ ਮੋਸਟ ਇੰਪੋਰਟੈਂਟ। ਐਟ ਕਲੋਜ਼ ਕੁਆਟਰਸ ਮਤਲਬ ਕਲੋਜ਼ ਐਗਜ਼ਾਮੀਨੇਸ਼ਨ ਕਰਨਾ ਕਿਸੇ ਵੀ ਚੀਜ਼ ਦੀ। ਐਪਲ ਪਾਈ ਆਰਡਰ ਦਾ ਮਤਲਬ ਹੁੰਦਾ ਪਰਫੈਕਟ ਆਰਡਰ 'ਚ ਹੋਣਾ ਕੁਛ ਵੀ। ਅਬਵ ਬੋਰਡ ਦਾ ਮਤਲਬ ਹੈ ਓਨੈਸਟ ਅਤੇ ਸਟੇਟ ਫਾਰਵਰਡ ਹੈ, ਜਿਹੜਾ ਕਿ ਸਾਰਿਆਂ ਤੋਂ ਹੀ ਉੱਪਰ ਹੈ। ਅਬਵ ਆਲ ਮਤਲਬ ਮੇਨ ਪੁਆਇੰਟ ਦੇ ਉੱਤੇ ਕਿਸੇ 'ਤੇ ਫੋਕਸ ਕਰਨਾ, ਠੀਕ ਹੈ। ਐਜ਼ ਫਿਟ ਐਜ਼ ਫਿਡਲ ਮਤਲਬ ਫਿੱਟ ਹੈ, ਉਹ ਹੈਲਦੀ ਹੈ। ਐਟ ਰੈਂਡਮ ਬਿਨਾਂ ਸੋਚੇ ਸਮਝੇ, ਏਮਲੈਸਲੀ। ਐਟ ਲੂਜ਼ ਐਂਡ ਦਾ ਮਤਲਬ ਹੁੰਦਾ ਵਿਹਲਾ, ਆਈਡਲ। ਐਟ ਲੌਜਰ ਹੈਡਸ ਦਾ ਮਤਲਬ ਕਨਫਲਿਕਟ ਦੇ ਵਿੱਚ ਹੋਣਾ। ਐਟ ਔਡਸ ਵੀ ਡਿਸਪਿਊਟ ਹੀ ਹੋ ਗਿਆ। ਐਪਲ ਆਫ ਡਿਸਕॉर्ड ਹੁੰਦਾ ਜਿਹੜਾ ਝਗੜੇ ਦਾ ਕਾਰਨ ਹੋਵੇ। ਐਟ ਕ੍ਰੋਸ ਪਰਪਸਿਸ ਜਦੋਂ ਕਨਫਲਿਕਟਿੰਗ ਇੰਟੈਂਸ਼ਨਸ ਹੋਣ, ਮਤਲਬ ਇੱਕ ਪਰਸਨ ਦੀ ਇੰਟੈਂਸ਼ਨ ਕੁਛ ਹੋਰ ਹੈ, ਦੂਜੇ ਦੀ ਉਹਦੇ ਅਪੋਜ਼ਿਟ ਹੈ। ਕਨਫਲਿਕਟਿੰਗ ਦਾ ਮਤਲਬ ਇਹ ਹੁੰਦਾ। ਐਟ ਵਨਸ ਓਨ ਹਾਰਟ ਮਤਲਬ ਕਿ ਸੇਮ ਟੇਸਟ ਵਾਲਾ ਪਰਸਨ।
ਹਾਂਜੀ ਹੋਪ ਸੋ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਸਿੱਖਣ ਨੂੰ ਬਹੁਤ ਕੁਝ ਨਵਾਂ ਮਿਲਿਆ ਹੋਊਗਾ। ਜਿਨ੍ਹਾਂ ਨੇ ਇਹ ਵੀਡੀਓ ਤੇ ਫਸਟਲੀ ਜੰਪ ਕੀਤਾ ਤਾਂ ਇਨੀਸ਼ੀਅਲੀ ਤੁਸੀਂ ਕੀ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਤੇ ਮੇਕ ਸ਼ੋਰ ਕਿ ਤੁਸੀਂ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ, ਅਗਰ ਤੁਹਾਨੂੰ ਪਸੰਦ ਆਉਂਦੀ ਹੈ। ਕਮੈਂਟ ਵੀ ਕਰਕੇ ਦੱਸ ਦਿਆ ਕਰੋ ਜਿਹੜੇ ਨਹੀਂ ਕਰਦੇ, ਓਕੇ। ਐਂਡ ਉਹਨਾਂ ਦਾ ਥੈਂਕਸ ਜੋ ਕਰਦੇ ਆ ਔਰ ਆਪਣੀ ਅਪਰੀਸੀਏਸ਼ਨ ਦਿੰਦੇ ਆ। ਤਾਂ ਆਪਾਂ ਨਵੀਆਂ ਨਵੀਆਂ ਵੀਡੀਓਜ਼ ਨਾਲ ਅੱਗੇ ਮਿਲਦੇ ਰਹਾਂਗੇ। ਪਲੇਲਿਸਟ ਚੈਨਲ ਦੀ ਚੈੱਕ ਕਰ ਲਓ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਥੈਂਕ ਯੂ ਜੀ, ਮਿਲਦੇ ਆ ਨੈਕਸਟ ਵੀਡੀਓ 'ਚ।